गुरु जी एक ओंकार सतगुर प्रसाद। गौड़ी महला पंजवा। धन एहो थान गोविंद गुण गाय। कुशल खेम प्रभ आप वसाए। धन एहो थान गोविंद गुण गाय। कुशल खेम प्रभ आप वसाए। बेपत तहाँ जहाँ हर सिमरन नाही। कोट आनंद जह हर गुण गाई। हर बिसरे दुख रोग कनेरे। प्रभ सेवा जम लगै नालेरे। सो बड़ भागी नहचल थान। जह जपिय प्रभ केवल नाम। जह जाइय तह नाल मेरा स्वामी। नानक को मिलया अंतर जामी। जह जाइय तह नाल मेरा स्वामी। नानक को मिलया अंतर जामी। श्री गुरु जी। सलोक औसतत करह अनेक जन। अंत न पारावारो। नानक रचना प्रभ रची। बहु विध अनक प्रकारो। सतगुरु पंचम पातशाह गुरुदेव श्री गुरु अर्जन देव महाराज जी जो चल रही लड़ीवार कथा विच सतगुरु पातशाह श्री सुखमनी साहब सुखां दी मणि पावन बाणी विच पातशाह पावन उपदेश बख्शदे ने। औसतत करहे अनेक जन अंत न पारावार। नानक रचना प्रभ रची बहु विध अनक प्रकार। ते सुवाहे गुरु की उस्तति अनेक जन करते ने। परंतु किसी नूं तेरे पारावाद का अंत नहीं आउंदा। ऐसा हो बेअंत मेरा वाहिगुरु परवरगार। नानक रचना प्रभ रची बहु विध अनक प्रकार। जिस प्रभु ने यह अनेक प्रकार की रचना बहुत विधियां नाल रची है। सुंदर जगत विधाता प्रभु ने आप बनाया है। फिर भिन्न भिन्न धंधियां विच भी ला दिता।
ਮਾਇਕ ਰਚਨਾ ਦੀ ਵਿਚਿੱਤਰਤਾ ਦਿਖਾਉਂਦੇ ਹੋਏ ਸਤਿਗੁਰੂ ਪ੍ਰਭੂ ਦੀ ਉਸਤਤੀ ਕਰਦੇ ਨੇ। ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ। ਇਸ ਅਸ਼ਟਪਦੀ ਦੇ ਵਿੱਚ ਇੱਕ ਵਸਤੂ ਵਿੱਚ ਕਰੋੜ ਪਦ ਜਬ ਕਈ ਕੋਟ ਸਮੇਤ ਕੀਤੇ ਨੇ। ਵਿੱਚ ਪੁਰਾਣਾਂ ਦੇ ਮਤ ਅਨੁਸਾਰ ਪਰਮੇਸ਼ਰ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ। ਕਲਗੀਧਰ ਮਹਾਰਾਜ ਸਤਿਗੁਰਾਂ ਦਾ ਵੀ ਪਾਵਨ ਬਚਨ ਹੈ। ਤਿੰਨਾਂ ਵਿੱਚ ਕਰੋੜਾਂ ਸਮੇਤ ਆਦਿ ਬਣ ਸਕਦੇ ਨੇ। ਮੈਂ ਇਸ ਵਿੱਚ ਕੋਈ ਸ਼ੰਕਾ ਨਹੀਂ ਹੋ ਸਕਦੀ। ਅਸ਼ਟਪਦੀ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਭਾਈ ਕਈ ਕਰੋੜਾਂ ਪੁਜਾਰੀ ਪੂਜਾ ਕਰਨ ਵਾਲੇ ਹੋਏ ਨੇ ਉਸ ਦਾਤੇ ਪਰਵਰਦਗਾਰ ਦੇ। ਕਈ ਕਰੋੜਾਂ ਸ੍ਰਿਸ਼ਟ ਆਚਾਰਾਂ ਦੇ ਵਿਖਾਰ ਕਰਨ ਖਾਰੇ ਹੋਏ ਨੇ। ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ। ਕਈ ਕਰੋੜਾਂ ਕੀ ਤੀਰਥਾਂ ਵਿੱਚ ਨਿਵਾਸੀ ਹੋ ਗਏ। ਕਈ ਕਰੋੜਾਂ ਉਦਾਸੀਨ ਹੋਏ ਬਣਾ ਵਿੱਚ ਵਿਚਰਦੇ ਫਿਰਦੇ ਨੇ। ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ। ਕਈ ਕਰੋੜਾਂ ਵੇਦਾਂ ਦੇ ਸੁਣਨ ਵਾਲੇ ਹੋਏ ਨੇ। ਕਈ ਕਰੋੜਾਂ ਤਪ ਦੇ ਕਰਨ ਵਾਲੇ ਵਿਸ਼ਵਰ ਵੀ ਹੋਏ ਨੇ। ਆਹੂਤੀਆਂ ਪਾਵਨ ਵਾਲੇ ਕਈ ਕਰੋੜਾਂ ਨੇ, ਭਾਵ ਧਰਮ ਕਰਤਾ। ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਬ ਕਾਬ ਵਿਚਾਰੇ। ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ ਕਈ ਕਰੋੜਾਂ ਆਪਣੇ ਆਪ ਨੂੰ ਬ੍ਰਹਮ ਰੂਪ ਚਿੰਤਨ ਕਰਨਾ ਹੀ ਧਿਆਨ ਧਰਦੇ ਨੇ। ਕਈ ਕਰੋੜਾਂ ਕਵੀਸ਼ਵਰ ਕਾਵਿਆਂ ਗ੍ਰੰਥਾਂ ਨੂੰ ਵਿਚਾਰਦੇ ਨੇ, ਵਿਚਾਰੀ ਨੇ। ਕਈ ਕੋਟ ਨਵਤਨ ਨਾਮ ਤੇ ਆਵੇ, ਨਾਨਕ ਕਰਤੇ ਕਾ ਅੰਤ ਨਾ ਪਾਵੇ। ਪਾਤਸ਼ਾਹ ਫਰਮਾਉਂਦੇ ਨੇ, ਕਈ ਕਰੋੜਾਂ ਸੇਸ ਨਾਗ ਲਿਖੀ ਆਦਿਕ ਨਿਤ ਨਵੀਨ ਨਾਮ ਲੈ ਕੇ ਪਰਮੇਸ਼ਰ ਦਾ ਜਪਦੇ ਨੇ ਤੇ ਆਉਂਦੇ ਨੇ। ਪਰੰਤੂ ਤਿਸ ਕਰਤੇ ਪੁਰਖ ਦਾ ਇਹ ਸਭ ਅੰਤ ਨਹੀਂ ਪਾਉਂਦੇ ਭਾਈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ। ਕਈ ਕਰੋੜਾਂ ਜਗਤ ਵਿੱਚ ਅਭਿਮਾਨੀ ਭਏ ਨੇ। ਕਈ ਕਰੋੜਾਂ ਗਿਆਨੀ ਗਿਆਤ ਰਹਿਤ ਅੰਧ ਪਏ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਆਪਿਗ ਆਤਮ ਨਿਕੋਰ। ਕਈ ਕਰੋੜਾਂ ਕਿਰਪਨ ਸੂਮ ਵੀ ਇੱਕ ਦੋ ਨਹੀਂ, ਕਈ ਕਰੋੜਾਂ ਸੂਮ ਨੇ। ਹਿਰਦੇ ਦੇ ਕਠੋਰ ਵੀ ਬੜੇ ਨੇ, ਉਹਨਾਂ ਵਿੱਚ ਦਇਆ ਧਰਮ ਨੇ। ਕਈ ਕਰੋੜਾਂ ਵਿੱਚ ਪ੍ਰੇਮ ਤੋਂ ਅਭੇਜਨ ਨੇ, ਮਨ ਦੇ ਵਿਸ਼ੇਸ਼ ਕਰਕੇ ਕੋਰੇ ਨੇ। ਕਈ ਕੋਟ ਪਰ ਦਰਬ ਕੋਇ ਰਹੇ, ਕਈ ਕੋਟ ਪਰ ਦੁਖ ਨਾ ਕਰੇ। ਕਈ ਕਰੋੜਾਂ ਪਰਾਏ ਧਨ ਨੂੰ ਹਿਰਦੇ ਨੇ ਚੁਰਾਉਂਦੇ ਨੇ। ਕਈ ਕਰੋੜਾਂ ਅੰਧ ਪੁਰਸ਼ਾਂ ਵਿੱਚ ਵਿਸ਼ੇਸ਼ ਕਰਕੇ ਦੁਖੜਾਂ ਨੂੰ ਹੀ ਆਰੋਪਣ ਕਰਦੇ ਨੇ। ਕਈ ਕੋਟ ਮਾਇਆ ਸ਼ਰਮ ਮਾਖੇ, ਕਈ ਕੋਟ ਪਰਦੇਸ ਪਰਮਾਖੇ। ਪਾਤਸ਼ਾਹ ਫਰਮਾਉਂਦੇ ਨੇ, ਕਈ ਕਰੋੜਾਂ ਜਨ ਮਾਇਆ ਨੂੰ ਸਿੰਚਨ ਕਰਨੇ ਵਿੱਚ ਥਕਤ ਹੋ ਰਹੇ ਨੇ, ਮਾਇਆ ਇਕੱਤਰ ਕਰਦੇ ਨੇ। ਕਈ ਕਰੋੜਾਂ ਪਰਦੇਸਾਂ ਵਿੱਚ ਭਰਮਦੇ ਰਹਿੰਦੇ ਨੇ। ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਜਿਸ ਜਿਸ ਤਰਫ ਵਿੱਚ ਲਾਉਂਦਾ ਹੈ ਮੇਰਾ ਵਾਹਿਗੁਰੂ ਪਰਮੇਸ਼ਰ,
ਤਿਸੀ ਤਿਸੀ ਤਰਫ ਜੀਵ ਦਾ ਲੱਗਣਾ ਹੁੰਦਾ। ਆਪਸੇ ਉਹੀ ਸਭ ਦਾ ਪ੍ਰੇਰਕ ਹੈ ਮੇਰਾ ਵਾਹਿਗੁਰੂ। ਕਿ ਭਾਈ ਕਰਤੇ ਪੁਰਖ ਦੀ ਐਸੀ ਰਚਨਾ ਰਚੀ ਹੋਈ ਹੈ, ਐਸੀ ਰਚਨਾ ਰਚੀ ਹੋਈ ਨੂੰ ਉਹ ਕਰਤਾ ਪੁਰਖ ਆਪ ਹੀ ਜਾਣਦਾ, ਬੇਅੰਤ ਹੈ। ਨਾਨਕ ਕਰਤੇ ਕੀ ਜਾਣੈ, ਕਰਤਾ ਰਚਨਾ ਆਪ ਜਾਣਦਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਕਈ ਕਰੋੜਾਂ ਸਿੱਧ ਜਤੀ ਜੋਗੀ ਜਨ ਨੇ, ਕਈ ਕਰੋੜਾਂ, ਕਈ ਕਰੋੜਾਂ ਰਾਜੇ ਵਿਸ਼ਿਆਂ ਦੇ ਭੋਗਣ ਵਾਲੇ, ਰਸਾਂ ਦੇ ਭੋਗੀ ਰਾਜੇ ਵੀ ਕਈ ਕਰੋੜਾਂ ਨੇ। ਕਈ ਕੋਟ ਪੰਛੀ ਸਰਬ ਉਪਾਏ, ਕਈ ਕੋਟ ਪਾਥਰ ਬਿਰਖ ਨ ਬਜਾਏ। ਕਈ ਕਰੋੜਾਂ ਹੀ ਪੰਛੀ ਸਭ ਆਦਿਕ ਤੇ ਵਾਹਿਗੁਰੂ ਨੇ ਸਾਜੇ ਨੇ, ਰਚੇ ਨੇ ਪਾਈ। ਕਈ ਕਰੋੜਾਂ ਪੱਥਰ ਬਿਰਛ ਉਤਪੰਨ ਕੀਤੇ ਨੇ। ਕਈ ਕੋਟ ਪਵਨ ਪਾਣੀ ਵੈ ਸੰਤ, ਕਈ ਕੋਟ ਦੇਸ ਭੂ ਮੰਡਲ। ਕਈ ਕਰੋੜਾਂ ਹੀ ਪਵਨ ਪਾਣੀ ਵੈ ਸੰਤਰ ਅਗਨੀ ਆਦਿਕ ਕੀਤੇ। ਇਹ ਵੀ ਕਈ ਕਰੋੜਾਂ ਨੇ। ਕਈ ਕਰੋੜਾਂ ਦੇਸ ਪ੍ਰਿਥਵੀ ਮੰਡਲ, ਪ੍ਰਿਥਵੀ ਮੰਡਲ ਵਿੱਚ ਕਈ ਦੇਸ ਰਚੇ ਨੇ। ਕਈ ਕੋਟ ਸਸਿਅਰ ਸੂਰ ਨਖਯਾਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਪਾਤਸ਼ਾਹ ਫਰਮਾਉਂਦੇ ਨੇ ਕਈ ਕਰੋੜਾਂ ਹੀ ਚੰਦਰਮਾ ਸੂਰਜ ਤਾਰੇ ਨੇ, ਕਈ ਕਰੋੜਾਂ ਨੇ। ਕਈ ਕਰੋੜਾਂ ਦੇਵਤੇ ਦੈਂਤ ਇੰਦਰ ਆਦਿਕ ਸਿਰ ਪਰ ਛਤਰ ਵਾਲੇ ਕੀਤੇ ਨੇ, ਦੇਵਤਿਆਂ ਦੇ ਰਾਜੇ ਕੀਤੇ ਨੇ, ਕਈ ਕਰੋੜਾਂ। ਸਗਲ ਸਮਗਰੀ ਆਪਣੈ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਇਹ ਸੰਪੂਰਨ ਸਮਗਰੀ ਵਾਹਿਗੁਰੂ ਪਰਮੇਸ਼ਰ ਨੇ ਰਚ ਕਰਕੇ ਆਪਣੇ ਹੁਕਮ ਵਿੱਚ ਸਭਨਾਂ ਨੂੰ ਧਾਰਦਾ। ਸਭ ਹੁਕਮ ਦੇ ਵਿੱਚ ਚੱਲਦੇ ਨੇ, ਹੁਕਮ ਤੋਂ ਬਾਹਰ ਕੋਈ ਨਹੀਂ। ਤੇ ਆਪਣੇ ਭਾਣੇ ਵਿੱਚ ਸਭਨਾਂ ਨੂੰ ਹਿਲਾਵਦਾ ਹੈ। ਜਿਸ ਜਿਸ ਪੁਰਸ਼ ਨੂੰ ਚਾਹੁੰਦਾ ਹੈ ਮੇਰਾ ਪਰਵਰਦਗਾਰ, ਤਿਸ ਤਿਸ ਨੂੰ ਉਹ ਇਸ ਸੰਸਾਰ ਸਿੰਧ ਤੋਂ ਤਾਰ ਲੈਂਦਾ ਹੈ। ਕਈ ਕੋਟ ਰਾਜ ਸਤਾਮਸ ਸਾਤਕ, ਕਈ ਕੋਟ ਵੇਦ ਪੁਰਾਨ ਸਿਮਰਤ ਹਰ ਸਾਸਤ। ਕਈ ਕਰੋੜਾਂ ਰਾਜਸੀ ਤਾਮਸੀ ਸਾਂਤ ਤ੍ਰੈ ਗੁਣੀ ਜੀਵ ਕੀਤੇ ਨੇ ਪਰਮੇਸ਼ਰ ਨੇ। ਕਈ ਕਰੋੜਾਂ ਵੇਦ ਪੁਰਾਣ ਸਿਮਰਤੀਆਂ ਸ਼ਾਸਤਰ ਨੇ। ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ। ਕਈ ਕਰੋੜਾਂ ਰਤਨਾਂ ਵਾਲੇ ਸਮੁੰਦਰ, ਰਤਨ ਸਮੁੰਦਰ ਕੀਤੇ ਨੇ ਪਰਮੇਸ਼ਰ ਨੇ। ਕਈ ਕਰੋੜਾਂ ਹੀ ਨਾਨਾ ਪ੍ਰਕਾਰਾਂ ਦੇ ਜੀਵ ਰਚੇ ਨੇ ਮੇਰੇ ਵਾਹਿਗੁਰੂ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸੋਵਨ ਥੀਵੇ। ਕਈ ਕਰੋੜਾਂ ਤੇ ਵਾਹਿਗੁਰੂ ਨੇ ਕਾਕ ਪਸੁੰਡ ਲੋਮ ਸਿਆਦਕ ਚਿਰ ਪਰਯੰਤ ਜੀਵਨ ਵਾਲੇ ਚਿਰੰਜੀਵ ਵੀ ਕੀਤੇ ਨੇ ਪਰਮਾਤਮਾ ਨੇ। ਕਈ ਕਰੋੜਾਂ ਪਰਵਤ ਸਵਰਨ ਦੇ ਸਮੇਰ ਹੋਏ ਨੇ, ਕਈ ਕਰੋੜਾਂ ਨੇ। ਕਈ ਕੋਟ ਜਖ ਕਿਨਰ ਬਸਾਜ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ। ਕਈ ਕਰੋੜਾਂ ਜਖ ਕਿਨਰ ਬਸਾਜ ਆਦਿਕ ਭਏ ਨੇ ਭਾਈ। ਕਈ ਕਰੋੜਾਂ ਭੂਤ ਪ੍ਰੇਤ ਸੂਰ ਮਿਰਗ ਆਦਿਕ ਮਿਰਗਾਂ ਦੇ ਖਾਣ ਵਾਲੇ ਸ਼ੇਰ ਭਏ ਨੇ, ਕਈ ਕਰੋੜਾਂ। ਸਭ ਤੇਰੇ ਰਹਿ ਸਭੂ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਵਿਆਪਕ ਰੂਪ ਹੋ ਕੇ ਸਭਨਾਂ ਦੇ ਨਿਕਟ ਰਹਿੰਦਾ ਹੈ ਮੇਰਾ ਵਾਹਿਗੁਰੂ। ਅਸੰਗ ਹੋਣ ਕਰਕੇ ਸਭਨਾਂ ਤੋਂ ਦੂਰ। ਉਹੀ ਆਪ ਸਰਬ ਵਿੱਚ ਪਰਿਪੂਰਨ ਹੋ ਕੇ ਸਭਨਾਂ ਤੋਂ ਅਲੇਪ ਹੋ ਰਿਹਾ ਹੈ ਪਰਮੇਸ਼ਰ। ਕਈ ਕੋਟ ਪਾਤਾਲ ਕੇ ਵਾਸੀ,
ਕਈ ਕੋਟ ਨਰਕ ਸੁਰਗ ਨਿਵਾਸੀ। ਪਾਤਸ਼ਾਹ ਫਰਮਾਉਂਦੇ ਨੇ ਕਈ ਕਰੋੜਾਂ ਹੀ ਪਤਾਲ ਦੇ ਵਾਸੀ ਨੇ, ਕਈ ਕਰੋੜਾਂ ਪਾਪੀ ਨਰਕਾਂ ਦੇ, ਪੁੰਨੀ ਸਵਰਗਾਂ ਦੇ ਨਿਵਾਸੀ ਨੇ। ਕਈ ਕੋਟ ਜਨਮਹਿ ਜੀਵਹਿ ਮਰਹਿ, ਕਈ ਕੋਟ ਬਹੁ ਜੋਨੀ ਫਿਰਹਿ। ਕਈ ਕਰੋੜਾਂ ਜਨਮਦੇ ਨੇ, ਕਈ ਜਿਉਂਦੇ ਨੇ, ਕਈ ਮਰਦੇ ਨੇ। ਕਈ ਕਰੋੜਾਂ ਜੀਵ ਅਨੇਕ ਜੁਨੀਆਂ ਵਿੱਚ ਫਿਰਦੇ ਨੇ। ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥਕ ਬਾਹੇ। ਪਾਤਸ਼ਾਹ ਫਰਮਾਉਂਦੇ ਨੇ ਭਾਈ ਕਈ ਕਰੋੜਾਂ ਬੈਠੇ ਹੀ ਖਾਂਦੇ ਨੇ, ਕੁਛ ਕਮਾਈ ਨਹੀਂ ਕਰਨੀ ਪੈਂਦੀ ਉਹਨਾਂ ਨੂੰ। ਕਈ ਕਰੋੜਾਂ ਕਮਾਈ ਕਰਦੇ ਥੱਕ ਜਾਂਦੇ ਨੇ ਸਾਰੀ ਯਾਦ ਭਲਾ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਕਈ ਕਰੋੜਾਂ ਜੀਵ ਵਾਹਿਗੁਰੂ ਨੇ ਧਨਵੰਤ ਕੀਤੇ ਨੇ, ਵੱਡੇ ਧਨੇ। ਕਈ ਕਰੋੜਾਂ ਮਾਇਆ ਦੀ ਚਿੰਤਾ ਵਿੱਚ ਹੀ ਰਹਿੰਦੇ ਨੇ ਦਿਨ ਰਾਤ। ਜੈ ਜੈ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹੱਥ। ਪਾਤਸ਼ਾਹ ਫਰਮਾਉਂਦੇ ਨੇ ਭਾਈ ਜਹਾਂ ਜਹਾਂ ਵਾਹਿਗੁਰੂ ਦਾ ਭਾਣਾ ਹੁੰਦਾ, ਤਹਾਂ ਤਹਾਂ ਉਹ ਜੀਵਾਂ ਨੂੰ ਰੱਖਦਾ ਹੈ। ਇਹ ਭਾਈ ਇਸ ਪ੍ਰਕਾਰ ਸਭ ਕੁਝ ਪ੍ਰਭੂ ਦੇ ਹੱਥ ਵਿੱਚ ਹੈ, ਉਹ ਮਾਲਕ ਵੱਡਾ ਹੈ। ਕਈ ਕੋਟ ਭਏ ਵੈਰਾਗੀ, ਰਾਮ ਨਾਮ ਸੰਗ ਤੈਨ ਲਿਵ ਲਾਗੀ। ਤੇ ਸੋ ਵਾਹਿਗੁਰੂ ਦੀ ਰਚਨਾ ਵਿੱਚ ਕਈ ਕਰੋੜਾਂ ਵਿਰਾਗਵਾਨ ਭਏ, ਰਾਮ ਨਾਮ ਤੇ ਸਾਥ ਇਹਨਾਂ ਦੀ ਵਰਤੀ ਲੱਗੀ ਹੈ। ਕਈ ਕੋਟ ਪ੍ਰਭ ਕੋ ਖੋਜੰਤ, ਆਤਮ ਮਹਿ ਪਾਰ ਬ੍ਰਹਮ ਲਹੰਤ। ਕਈ ਕਰੋੜਾਂ ਤੇ ਇਸ ਪ੍ਰਭੂ ਦੇ ਨਿਰਗੁਣ ਸਰੂਪ ਨੂੰ ਖੋਜਦੇ ਨੇ, ਸਾਧਨ ਕਰਦੇ ਨੇ, ਆਪਣੇ ਹਿਰਦੇ ਵਿੱਚ ਹੀ ਗੁਰੂ ਦੁਆਰਾ ਪਾਰ ਬ੍ਰਹਮ ਨੂੰ ਲਖ ਲੈਂਦੇ ਨੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤੈਨ ਕੋ ਮਿਲਿਓ ਪ੍ਰਭ ਅਵਿਨਾਸ਼। ਕਈ ਕਰੋੜਾਂ ਨੂੰ ਸਰਗੁਣ ਸਰੂਪ ਪ੍ਰਭੂ ਦੇ ਦਰਸ਼ਨ ਦੀ ਪਿਆਸਾ ਇੱਛਾ, ਇਹਨੇ ਪ੍ਰੇਮੀਆਂ ਨੂੰ ਪ੍ਰਭੂ ਅਵਿਨਾਸ਼ੀ ਮਿਲਿਆ। ਕਈ ਕੋਟ ਮੰਗ ਹੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਕਈ ਕਰੋੜ ਸੰਤਾਂ ਦਾ ਸੰਗ ਹੀ ਮੰਗਦੇ ਨੇ, ਸਾਨੂੰ ਰੱਬ ਦੇ ਜਨਾਂ ਦੀ ਸੰਗਤ ਨਸੀਬ ਹੋ ਜਾਵੇ, ਕਿਉਂਕਿ ਤਿਨਾਂ ਨੂੰ ਪਾਰ ਬ੍ਰਹਮ ਦਾ ਪ੍ਰੇਮ ਲੱਗਿਆ। ਜਨ ਕੋ ਹੋਏ ਆਪ ਸੋ ਪਰਸਨ, ਨਾਨਕ ਤੇ ਜਨ ਸਦਾ ਧਨ ਧਨੋ। ਜਿਨ੍ਹਾਂ ਨੂੰ ਆਪ ਪਰਿਪੂਰਨ ਪਰਮਾਤਮਾ ਪ੍ਰਸੰਨ ਹੋਇਆ, ਸੋ ਜਨ ਮਨ ਬਾਣੀ ਕਰਕੇ ਸਦਾ ਧਨ ਦਾ ਯੋਗ ਧਨ ਨੇ। ਕਈ ਕੋਟ ਖਾਣੀ ਆਦ ਖੰਡ, ਕਈ ਕੋਟ ਆਕਾਸ ਬ੍ਰਹਮੰਡ। ਪਾਤਸ਼ਾਹ ਫਰਮਾਉਂਦੇ ਨੇ ਕਈ ਕਰੋੜਾਂ ਹੀ ਅੰਡਜ ਜੇਰਜ ਉਤਪੁਜ ਸੇਤਜ ਖਾਣੀਆਂ, ਕਈ ਕਰੋੜਾਂ ਔਰ ਭਾਰਤ ਆਦਿ ਖੰਡ ਨੇ। ਕਈ ਕਰੋੜਾਂ ਹੀ ਆਕਾਸ਼ ਤੇ ਬ੍ਰਹਮੰਡ ਨੇ। ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ। ਕਈ ਕਰੋੜਾਂ ਵਾਹਿਗੁਰੂ ਦੇ ਅਵਤਾਰ ਹੋਏ। ਇਸ ਪ੍ਰਕਾਰ ਕਈ ਜੁਗਤਾਂ ਸੇ ਹਰੀ ਨੇ ਰਚਨਾ ਦਾ ਭਾਈ ਵਿਸਤਾਰ ਕੀਤਾ ਹੈ। ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਕਈ ਵਾਰੀ ਐਸੇ ਸੰਸਾਰ ਪਸਾਰੇ ਨੂੰ ਵਾਹਿਗੁਰੂ ਨੇ ਭਾਈ ਪਸਾਰਿਆ, ਇੱਕ ਵਾਰ ਨਹੀਂ ਕਈ ਵਾਰ। ਉਹ ਸਰਬ ਸਮੇਂ ਵਿੱਚ ਏਕਾ ਏਕੀ ਸਰੂਪ ਨਿਰਗੁਣ ਰੂਪ ਹੈ ਵਾਹਿਗੁਰੂ। ਕਈ ਕੋਟ ਕੀਨੇ ਬਹੁ ਬਾਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ। ਕਈ ਕਰੋੜਾਂ ਜੀਵ ਜੋ ਵਾਹਿਗੁਰੂ ਨੇ ਬਹੁਤ ਭਾਂਤ ਦੇ ਰਚੇ ਨੇ,
ਸੋ ਸਭ ਜਿਸ ਪ੍ਰਭੂ ਤੇ ਹੋਏ ਨੇ ਤਿਸੀ ਪ੍ਰਭੂ ਵਿੱਚ ਸਮਾ ਜਾਂਦੇ। ਕਿਉਂਕਿ ਖੇਲ ਰਚਿਆ ਹੈ ਵਿਧਾਤਾ ਨੇ, ਖੇਲ ਸੰਕੋਚੈ ਤਉ ਨਾਨਕ ਏਕੈ। ਫਿਰ ਇੱਕ ਆਪ ਤਾਂ ਕਾਂਤ ਨਾ ਜਾਣੈ ਕੋਇ, ਆਪੇ ਆਪ ਨਾਨਕ ਪ੍ਰਭ ਸੋਇ। ਤਿਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਜਾਣਦਾ, ਐਸਾ ਬੇਅੰਤ ਮੇਰਾ ਵਾਹਿਗੁਰੂ। ਸੋ ਪ੍ਰਭੂ ਆਪਣੇ ਆਪ ਸਭ ਕੁਝ ਕਰਦਾ ਹੈ ਔਰ ਆਪਣਾ ਆਪ ਸਰੂਪ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤੈਨ ਹੋਵਤ ਆਤਮ ਬਰਗਾਸ। ਕਈ ਕਰੋੜਾਂ ਤਿਸ ਪਾਰ ਬ੍ਰਹਮ ਦੇ ਭਾਈ ਦਾਸ। ਇਹ ਦਾਸਾ ਭਾਵ ਵਾਰਿਆਂ ਦੇ ਹਿਰਦੇ ਵਿੱਚ ਆਤਮ ਗਿਆਨ ਹੁੰਦਾ। ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੇ ਏਕੋ ਨੇਤਰੇ। ਕਈ ਕਰੋੜਾਂ ਹੀ ਤਤ ਸੂਪ ਦੇ ਜਾਣਨ ਵਾਲੇ ਨੇ। ਸੋ ਤਤ ਵੇਤਾ ਨੇਤਰਾਂ ਕਰਕੇ ਸਦਾ ਇੱਕ ਵਾਹਿਗੁਰੂ ਨੂੰ ਹੀ ਸਰਬ ਵਿੱਚ ਵਿਆਪਕ ਜਾਣਦੇ ਨੇ, ਦੇਖਦੇ ਕਿ ਮੇਰਾ ਮਾਲਕ ਪਰਮਦਗਾਰ ਸਰਬ ਵਿਆਪਕ ਘਟ ਘਟ ਵਿੱਚ ਬੈਠਾ ਹੈ। ਕਈ ਕੋਟ ਨਾਮ ਰਸ ਪੀਵੇ, ਅਮਰ ਭਏ ਸਦ ਸਦ ਹੀ ਜੀਵੇ। ਕਈ ਕਰੋੜਾਂ ਨਾਮ ਅੰਮ੍ਰਿਤ ਰਸ ਨੂੰ ਪਾਨ ਕਰਦੇ। ਸੋ ਪਾਨ ਕਰਨ ਹਾਰੇ ਅਮਰ ਹੋ ਕੇ ਸਰਬ ਸਮੇਂ ਵਿੱਚ ਸਦਾ ਜਿਉਂਦੇ ਨੇ। ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸੁਖ ਸਹਿਜ ਸਮਾਵੇ। ਕਈ ਕਰੋੜਾਂ ਵਾਹਿਗੁਰੂ ਦਾ ਨਾਮ ਉਚਾਰਨ ਕਰਕੇ ਦੇ ਗੁਣਾਂ ਨੂੰ ਭਾਈ ਗਾਉਂਦੇ। ਸੋ ਪੁਰਸ਼ ਆਤਮ ਰਸ ਨੂੰ ਪ੍ਰਾਪਤ ਕਰਕੇ ਸਹਿਜੇ ਹੀ ਸਹਿਜ ਵਿੱਚ ਸਮਾ ਜਾਂਦੇ ਨੇ। ਆਪਣੇ ਜਨ ਕੋ ਸਾਸ ਸਾਸ ਸਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਪਾਤਸ਼ਾਹ ਫਰਮਾਉਂਦੇ ਨੇ ਜੋ ਆਪਣੇ ਜਨ ਵਾਹਿਗੁਰੂ ਨੇ ਸਵਾਸ ਸਵਾਸ ਸਰਬ ਸਮੇਂ ਵਿੱਚ ਸੰਭਾਲੇ ਨੇ, ਆਪਣੇ ਜਨਾਂ ਦੀ ਪੈਜ ਪ੍ਰਤਿਗਿਆ ਆਪ ਰੱਖੀ। ਉਹ ਭਗਤ ਜਨ ਪਰਮੇਸ਼ਰ ਦੇ ਪਿਆਰੇ ਨੇ। ਸਲੋਕ ਕਾਰਣ ਕਾਰਣ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਸਰਬ ਪ੍ਰਪੰਚ ਦੇ ਸਾਧਨ ਜੋ ਮਹਿਤਤ ਆਦਿਕ ਨੇ, ਬ੍ਰਹਮਾ ਵਿਸ਼ਨੂੰ ਮਹੇਸ਼, ਤਿਨਾਂ ਦਾ ਕਾਰਨ ਜੋ ਇੱਕ ਮੇਰਾ ਵਾਹਿਗੁਰੂ ਪ੍ਰਭੂ ਹੈ। ਤਿਸ ਤੇ ਬਿਨਾਂ ਔਰ ਕੋਈ ਦੂਜਾ ਸਮਰੱਥ ਨਹੀਂ। ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਕੋਈ ਦੂਜਾ ਕਰਨ ਵਾਲਾ ਨਹੀਂ, ਉਹ ਆਪ ਹੈ ਸਭਨਾਂ ਨੂੰ ਸਾਜਣ ਵਾਲਾ। ਨਾਨਕ ਤਿਸ ਬਲਿਹਾਰਣ, ਜਲ ਥਲ ਮਹੀਅਲ ਸੋਇ। ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤਿਸ ਵਾਹਿਗੁਰੂ ਪਰ ਬਲਿਹਾਰ ਜਾਂਦੇ ਖਾਂ, ਕੁਰਬਾਨ ਖਾਂ ਉਸ ਦਾਤੇ ਤੋਂ। ਸੋਈ ਪਾਰ ਬ੍ਰਹਮ ਜਲਾਂ ਤਲਾਂ ਵਿੱਚ, ਪ੍ਰਿਥਵੀ ਆਕਾਸ਼ ਵਿੱਚ ਪੂਰਨ ਹੈ। ਆਸਟ ਬਦੀ ਕਰਨ ਕਰਾਵਨ ਕਰਨ ਜੋਗ, ਜੋ ਤਿਸ ਭਾਵੈ ਸੋਈ ਹੋਗ। ਜੋ ਵਾਹਿਗੁਰੂ ਆਪ ਸੰਸਾਰ ਦੇ ਸਾਧਨ ਬ੍ਰਹਮ ਆਦਿਕ, ਬ੍ਰਹਮਾ ਵਿਸ਼ਨੂੰ ਮਹੇਸ਼ ਜੋ ਕਾਰਕ ਮੰਨੇ ਗਏ, ਦੁਆਰਾ ਕਰਾਵਣ ਵਾਲਾ ਵੀ ਆਪ ਵੀ ਕਰਨੇ ਯੋਗ। ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਉਹੀ ਹੁੰਦਾ ਹੈ, ਤਿੰਨਾਂ ਕਾਲਾਂ ਵਿੱਚ ਉਹੀ ਹੋਵੇਗਾ। ਕਹਿੰਦਾ ਮੈਂ ਥਾਪਿਓ ਥਾਪਨਹਾਰਾ, ਅੰਤ ਨਹੀਂ ਕਿਛ ਪਾਰਾਵਾਰਾ।
ਸਮਾਵੈ। ਆਪਣੇ ਹੁਕਮ ਦੇ ਵਿੱਚ ਸ੍ਰਿਸ਼ਟੀ ਨੂੰ ਧਾਰ ਕੇ ਆਪ ਨਿਰਾਧਾਰ ਰਹਿੰਦਾ, ਆਪਣਾ ਆਸਰਾ ਔਰ ਨਹੀਂ ਚਾਹੁੰਦਾ। ਇਹਦੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਉਪਜਦੀ, ਹੁਕਮ ਵਿੱਚ ਸਮਾ ਜਾਂਦੀ। ਹੁਕਮ ਊਚ ਨੀਚ ਵਿਵਹਾਰ, ਹੁਕਮ ਅਨਕ ਰੰਗ ਪ੍ਰਕਾਰ। ਇਸਦੇ ਹੁਕਮ ਦੇ ਵਿੱਚ ਊਚ ਨੀਚ ਦਾ ਵਿਵਹਾਰ ਹੁੰਦਾ, ਤੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਅਨੇਕ ਪ੍ਰਕਾਰ ਦੇ ਆਨੰਦ ਹੋ ਰਹੇ ਸੀ, ਕਿਉਂਕਿ ਹੁਕਮ ਉਸ ਪਰਵਰਦਗਾਰ ਦਾ ਹੀ ਹੈ। ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਪਣੀ ਇੱਛਾ ਅਨੁਸਾਰ ਕਰਕੇ ਆਪ ਹੀ ਦੇਖਦਾ, ਸੋ ਵਾਹਿਗੁਰੂ ਸਭਨਾਂ ਵਿੱਚ ਸਮਾਇਆ ਹੋਇਆ ਹੈ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾ ਪਾਥਰ ਦਰਾਵੈ। ਸਤਿਗੁਰੂ ਫਰਮਾਉਂਦੇ ਨੇ, ਭਾਈ ਜੇਕਰ ਤਿਸ ਵਾਹਿਗੁਰੂ ਤਰਲੋਕੀ ਦੇ ਮਾਲਕ ਨੂੰ ਭਾ ਜਾਵੇ ਤਾਂ ਇਹ ਮਾਨਸ ਨਾਮ ਜਾਪ ਤੇ ਗਤੀ ਪਾ ਲੈਂਦਾ ਹੈ। ਨਾਮ ਜਪਦੀ ਜੇ ਭਾ ਜਾਵੇ, ਉਸ ਪਰਮੇਸ਼ਰ ਪਰਵਰਦਗਾਰ ਨੂੰ ਜੇ ਭਾ ਜਾਵੇ ਤਾਂ ਪੱਥਰਾਂ ਸਮ ਕਠੋਰ ਜੀਵਾਂ ਨੂੰ ਵੀ, ਪ੍ਰਤੱਖ ਪੱਥਰਾਂ ਨੂੰ ਵੀ ਤਾਰ ਦਿੰਦਾ। ਜਿਵੇਂ ਪੱਥਰ ਤਰੇ ਨੇ ਪੁਲ ਬੰਨਿਆ ਸ੍ਰੀ ਰਾਮ ਚੰਦਰ ਮਹਾਰਾਜ ਜੀ ਨੇ, ਪ੍ਰਭੂ ਨੂੰ ਭਾਵੇ ਪੱਥਰ ਦੇ ਬਲੀ ਗਧਾਰੀ, ਉਹ ਵੀ ਚਰਨਾਂ ਤੇ ਢਹਿ ਪਿਆ, ਉਸਨੂੰ ਵੀ ਤਾਰਿਆ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰਿ ਗੁਣ ਭਾਖੈ। ਉਸ ਮਾਲਕ ਪਰਵਰਦਗਾਰ ਨੂੰ ਭਾਈ ਭਾ ਜਾਵੇ, ਚੰਗਾ ਲੱਗੇ, ਤਾਂ ਇਸ ਜੀਵ ਨੂੰ ਸਵਾਸਾਂ ਤੋਂ ਬਿਨਾਂ ਵੀ ਰੱਖ ਲੈਂਦਾ, ਭਾਵੇਂ ਸਵਾਸ ਨਾ ਚੱਲਣ ਫਿਰ ਵੀ ਰੱਖ ਲੈਂਦਾ। ਐਸਾ ਮਾਲਕ ਸੁਰੰਗ ਰਾਜਾ ਸੀ, ਜੋ ਯੁੱਧ ਹੋ ਰਿਹਾ ਸੀ ਮਹਾਭਾਰਤ ਦਾ, ਉਸਨੇ ਯੁੱਧ ਦੇਖਣਾ ਸੀ, ਉਹ ਸੀਸ ਵੀ ਭੇਟਾ ਦੇ ਦਿੱਤਾ। ਪ੍ਰਭੂ ਨੇ ਫਿਰ ਬਚਨ ਕੀਤਾ, ਯੁੱਧ ਸਾਰਾ ਦੇਖੇਗਾ। ਸਵਾਸਾਂ ਤੋਂ ਬਿਨਾਂ ਰੱਖਿਆ ਉਸਨੂੰ, ਸਾਰਾ ਯੁੱਧ ਦੇਖਿਆ ਸੁਰੰਗ ਰਾਜਾ, ਕਿਉਂਕਿ ਪ੍ਰਭੂ ਨੂੰ ਭਾ ਜਾਵੇ ਬਿਨਾਂ ਸਵਾਸਾਂ ਤੋਂ ਵੀ ਰੱਖ ਲੈਂਦਾ। ਐਸਾ ਮਾਲਕ ਅਲਪ ਆਜੂ ਸੇ ਅਦ ਕਰ ਦਿੰਦਾ, ਪ੍ਰਭੂ ਨੂੰ ਭਾ ਜਾਵੇ। ਪੱਥਰ ਬਿਰਛ ਆਦਿਕ ਜੜ੍ਹਾਂ ਨੂੰ ਬਿਨਾਂ ਸਵਾਸਾਂ ਤੋਂ ਹੀ ਰੱਖਦਾ। ਪ੍ਰਭੂ ਨੂੰ ਭਾਵੇ ਤੋ ਇਹ ਜੀਵ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ। ਜੇ ਪਰਮੇਸ਼ਰ ਨੂੰ ਭਾ ਜਾਵੇ, ਪ੍ਰਭ ਭਾਵੈ ਤਾਂ ਪਤ ਤੇ ਉਦਾਰੈ, ਆਪ ਕਰੈ ਆਪ ਨ ਵਿਚਾਰੈ। ਪਾਤਸ਼ਾਹ ਫਰਮਾਉਂਦੇ ਨੇ, ਜੇ ਪ੍ਰਭੂ ਨੂੰ ਭਾ ਜਾਵੇ ਤਾਂ ਪਾਪੀਆਂ ਨੂੰ ਵੀ ਤਾਰ ਲੈਂਦਾ। ਐਸਾ ਮਾਲਕ ਆਪਣੇ ਵਿਚਾਰ ਨੂੰ ਆਪ ਹੀ ਕਰਦਾ ਹੈ, ਆਪ ਕਰੈ ਆਪ ਨ ਵਿਚਾਰੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਵਿਗਸੈ ਅੰਤਰ ਜਾਮੀ। ਦੋਨਾਂ ਸਿਰਿਆਂ ਦਾ ਭਾਵ ਪਾਤਸ਼ਾਹ ਫਰਮਾਉਂਦੇ ਨੇ, ਭਾਈ ਲੋਕ ਤੇ ਪਰਲੋਕ ਦਾ ਸੁਆਮੀ ਮੇਰਾ ਵਾਹਿਗੁਰੂ ਆਪ ਹੈ, ਕੋਈ ਦੂਜਾ ਨਹੀਂ। ਉਹ ਅੰਤਰ ਜਾਮੀ, ਅੰਤਰ ਦਾ ਪ੍ਰੇਰਕ ਹੈ ਮੇਰਾ ਪਰਵਰਦਗਾਰ, ਆਪ ਹੀ ਖੇਲਦਾ ਹੋਇਆ ਆਨੰਦ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਜੋ ਤਿਸ ਵਾਹਿਗੁਰੂ ਨੂੰ ਭਾਉਂਦਾ ਸੋਈ ਕਾਰਜ ਇਹਨਾਂ ਜੀਵਾਂ ਤੋਂ ਕਰਾਉਂਦਾ ਹੈ। ਤਿਸ ਸੁਆਮੀ ਤੋਂ ਬਿਨਾਂ ਸਾਨੂੰ ਔਰ ਕੋਈ ਸਮਰੱਥ ਦ੍ਰਿਸ਼ਟੀ ਨਹੀਂ ਆਉਂਦਾ। ਕਹੋ ਮਨੁੱਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ।
सतगुरु गुरु अर्जुन देव महाराज जी पावन उपदेश दिंदे ने, भाई प्यारेओ कहो तो वाहे गुरु तो बिना इस मानस ते क्या होगा। हरि दे भाए बिना, परमेश्वर दे भाए बिना इस तो कुछ नहीं हो आउंदा। जो तिस वाहे गुरु नूं पाउंदा है, परमेश्वर नूं चंगा लगदा, सोई इस जीव तो हुंदा। कहो मनुख ते क्या होए आवे, जो तिस भावै सोई करावै। क्योंकि करनहार मेरा वाहिगुरु आप है, कोई दूजा नहीं। इस कै हाथ होए तां सब किश ले, जो तिस भावै सोई करे। सतगुरु पातशाह फरमाउंदे ने, प्यारिओ जेकर इस मनुख दे हथ वस विच होवे तां सब कुछ पदार्थ आप ते ही लै लवे। तो यह आप से कुछ लै नहीं सकता। इस ते जो तिस वाहे गुरु नूं भाउंदा सो कर्म ये जीव करदा। क्योंकि परिपूर्ण परमात्मा का निजम ये मर्यादा, वो कर्म फल प्रदाता। कर्मां दे जरिए मनुख नूं सुख ते दुख दिंदा, जो भोगना पैंदा। आन जानत बिखिया वह रजै, जे जानत आपन आप बचै। क्योंकि अज्ञात हो करके जीव विषयां विकारां विच रचदा, प्रीति करदा। जेकर तिन्हां दे फल दुख नूं जाने तो इन्हां से अपने आप नूं बचा लवे, कोई कर्मां नूं ना करे। भरमे भूला दहद सदावै, नमक माहे चार कुंड फिर आवे। भरम करके भुलिया होया मनुख दसों दिशा विच धामदा फिरदा। मन दे संकल्पां द्वारा एक खिन विच चारां कुंडां विच फिर आउंदा। खिन वासा खिन तोला खैमा, कर किरपा जिस अपनी भगत दे। नानक ते जन नाम मिले, जिस जिसनों वाहिगुरु परमेश्वर कृपा करके अपनी भगती दिंदा, सोई जन तिस नामी विच अभेद हो जाता। खिन मह नीच कीट को राज, पार ब्रह्म गरीब नवाज। कैसा मालिक, कैसा दाता। खिन मह नीच कीट को राज, पार ब्रह्म गरीब नवाज। परिपूर्ण परमात्मा गरीब नवाज कीटवत नीच नूं एक खिन विच राज भाग बख्श दिंदा। जिवें सतगुरु गुरु नानक देव महाराज जी जगत नूं तारदे विच रहे सन। घने जंगल विच गरीब नवाज सतगुरु विराजमान ने। भाई मरदाने नूं भुख लगी, बेनती कीती, गरीब नवाज पातशाह होलां दा खेत नज़दीक है, जे हुक्म होवे लै आवां। पातशाह कहण लगे, होलां आपे आ जावण, तू नहीं लैण जाना। वो एक बालक रखवाला सी उस खेत दा, जाणिया कि रब दे जन बैठे। होलां भुंदियां भुन के सतगुरां दे चरणां विच भेटा कीती। पातशाह ने वड्डियां बख्शिशां कीतियां। होलां छका के फिर घर नूं जाण लगा। भी घरों दुध होर वस्तु लैके आवां, थल्ले विछावण नूं कुछ लैके आवां। पातशाह गरीब नवाज गुरु नानक देव महाराज जी ने बचन कीते, सत्थर तेरा लेफ निहाली, भाओ तेरा पकवान। नानक सिफती रजियाओ बैठ सुल्तान। पातशाह ने बख्शिशां कीतियां, सुल्तानी बख्श दित्ती पातशाह। बालक नूं जाण नहीं दिता। भाई मरदाने नूं आखिया, मरदानिया रवाब वजा, बाणी आई। परमेश्वर का जस गाया, कीर्तन किया।
ਜਦੋਂ ਅੰਮ੍ਰਿਤ ਵੇਲਾ ਹੋਇਆ ਫਿਰ ਸਤਿਗੁਰਾਂ ਨੇ ਕਿਹਾ ਕਿ ਹੁਣ ਤੂੰ ਜਾ ਆਪਣੇ ਘਰ। ਤੋ ਗਿਆ, ਸ਼ਹਿਰ ਦੇ ਦਰਵਾਜ਼ੇ ਬੰਦ ਨੇ, ਜਦੋਂ ਖੋਲ੍ਹਿਆ ਵੱਜਾ, ਐਲਕਾਰਾਂ ਨੇ ਲੈ ਗਏ, ਰਾਜਾ ਬਣਾ ਦਿੱਤਾ। ਕਿਉਂਕਿ ਪੁਰਾਣਿਕ ਸਮਿਆਂ ਵਿੱਚ ਇਹ ਨਿਯਮ ਹੁੰਦਾ ਸੀ, ਜਿੱਥੋਂ ਦਾ ਰਾਜਾ ਮਰ ਜਾਵੇ ਉਸਦਾ ਵਜ਼ੀਰ ਰਾਜਾ ਨਹੀਂ ਬਣਦਾ। ਚਾਰੇ ਬਾਲ ਸ਼ਹਿਰ ਦੇ ਬੰਦ ਕਰ ਦਿੱਤੇ ਜਾਂਦੇ ਸਨ। ਜੋ ਪਹਿਲਾਂ ਆ ਗਿਆ ਉਹ ਰਾਜਾ। ਇਤਨਾ ਵਿਚਾਰ ਪ੍ਰਭੂ ਦੀ ਨੇਤ ਸਤਿਗੁਰਾਂ ਨੇ ਬਖਸ਼ੀਸ਼ਾਂ ਕੀਤੀਆਂ। ਰਾਜਾ ਉੱਥੋਂ ਦਾ ਮਰ ਗਿਆ, ਉਹ ਬਾਲਕ ਰਾਜਾ ਬਣਿਆ। ਉਹ ਕੈਸਾ ਮਾਲਕ, ਜੋ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦਾ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਉਹ ਐਸਾ ਗਰੀਬ ਨਵਾਜ, ਗਰੀਬ ਨਵਾਜ ਗੁਸਈਆ ਮੇਰਾ, ਮਾਥੈ ਛਤਰ ਤਰੈ। ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤ ਕਾਲ ਦਹਿ ਦਿਸ ਪ੍ਰਗਟਾਵੈ। ਜਿਸ ਦਾ ਪ੍ਰਤਾਪ ਕੁਝ ਦ੍ਰਿਸ਼ਟੀ ਨਹੀਂ ਆਉਂਦਾ, ਤੇ ਉਸਦੇ ਨੂੰ ਤਤਕਾਲ ਦਸੋਂ ਦਿਸ਼ਾ ਵਿੱਚ ਪ੍ਰਗਟ ਕਰ ਦਿੰਦਾ। ਕਿਉਂਕਿ ਵੱਡੀਆਂ ਬਖਸ਼ੀਸ਼ਾਂ ਦਾ ਮਾਲਕ, ਉਹਦੀ ਵਡਿਆਈ ਆਪ ਦਸੋਂ ਦਿਸ਼ਾ ਵਿੱਚ ਕਰਵਾਉਂਦਾ ਹੈ। ਜਾ ਕੋ ਆਪਣੀ ਕਰੈ ਬਖਸ਼ੀਸ, ਤਾਂ ਕਾ ਲੇਖਾ ਨਾ ਗਣੈ ਜਗਦੀਸ਼। ਜਿਸ ਪਰ ਕਿਰਪਾ ਕਰਕੇ ਵਾਹਿਗੁਰੂ ਆਪਣੀ ਬਖਸ਼ਿਸ਼ ਕਰਦਾ ਤੇ ਇਹਦੇ ਕਰਮਾਂ ਦਾ ਲੇਖਾ ਜਗਦੀਸ਼ਵਰ ਭਾਈ ਫਿਰ ਗਿਣਦਾ ਨਹੀਂ। ਕੋਈ ਕਰਮ ਨਹੀਂ ਦੇਖਦਾ ਉਸਦੇ ਜਿਸ ਨੂੰ ਬਖਸ਼ਣ ਤੇ ਆਵੇ। ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਇਹ ਚੇਤਨ ਸਤਾ ਸਰੀਰ ਆਦਿਕ ਸਭ ਤਿਸ ਦੀ ਦਿੱਤੀ ਹੋਈ ਭਾਈ ਰਾਸ ਪੂੰਜੀ ਹੈ। ਤਿਸ ਬ੍ਰਹਮ ਸਰੂਪ ਦਾ ਪ੍ਰਕਾਸ਼ ਘਟਾਂ ਘਟਾਂ ਵਿੱਚ ਪੂਰਨ ਹੈ। ਆਪਣੀ ਵਣਤ ਆਪ ਬਣਾਈ, ਨਾਨਕ ਜੀਵੈ ਦੇਖ ਬੜਾਈ। ਆਪਣੀ ਬਣਾਵਟ ਰਚਨਾ ਤਿਸ ਵਾਹਿਗੁਰੂ ਨੇ ਆਪ ਬਣਾਈ ਹੈ, ਰਚੀ ਹੈ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤਿਸ ਦੀ ਵਡਿਆਈ ਨੂੰ ਦੇਖ ਕੇ ਜਿਉਂਦੇ ਕਿ ਐਸਾ ਵੱਡਾ ਮਾਲਕ, ਉਹ ਵੱਡੀ ਉਸਦੀ ਵਡਿਆਈ ਸੋਭਾ ਹੈ। ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਇਸ ਜੀਵ ਦਾ ਬਲ ਇਸਦੇ ਹੱਥ ਨਹੀਂ, ਕਿਉਂਕਿ ਸਭ ਕਰਤਬਾਂ ਦਾ ਕਰਨੇ ਵਾਲਾ ਉਹ ਆਪ ਹੀ ਸਰਬ ਦਾ ਨਾਥ ਹੈ। ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਪੁਨ ਥੀਓ। ਇਹ ਵਿਚਾਰਾ ਜੀਵ ਤਿਸ ਵਾਹਿਗੁਰੂ ਦਾ ਆਗਿਆਕਾਰੀ, ਹੁਕਮ ਵਿੱਚ ਚੱਲਣ ਵਾਲਾ, ਜੋ ਤਿਸ ਵਾਹਿਗੁਰੂ ਨੂੰ ਭਾਉਂਦਾ ਸੋਈ ਹੁੰਦਾ। ਕਬਹੁ ਊਚ ਨੀਚ ਮਹਿ ਵਸੈ, ਕਬਹੁ ਸੋਗ ਹਰਖ ਰੰਗ ਹਸੈ। ਕਦੇ ਜੀਵ ਕਰਮਾਂ ਦੇ ਅਨੁਸਾਰ ਭਾਈ ਦੇ ਹੁਕਮ ਅਧੀਨ ਊਚ ਜੂਨੀ ਅਸਥਾਨਾਂ ਵਿੱਚ, ਕਦੇ ਨੀਚ ਜੂਨੀਆਂ ਵਿੱਚ, ਨੀਚ ਅਸਥਾਨਾਂ ਵਿੱਚ ਵਸਦਾ। ਕਵੀ ਸੋ ਕਰਕੇ ਰੋਂਦਾ, ਕਦੇ ਹਰਕ ਵਿੱਚ ਰੰਗਿਆ ਹੋਇਆ ਹੱਸਦਾ ਵੀ ਹੈ। ਕਬਹੁ ਨਿੰਦ ਚਿੰਦ ਵਿਹਾਰ, ਕਬਹੁ ਊਬ ਆਕਾਸ ਬਿਆਲ। ਕਦੇ ਨਿੰਦਾ ਵਿਵਹਾਰਾਂ ਦੀ ਚਿੰਤਾ ਵੀ ਕਰਦਾ। ਨਿੰਦਾ ਉਸਤਤੀ ਦਾ ਹੀ ਇਸ ਨੂੰ ਵਿਵਹਾਰ ਭਾਈ ਬਣਿਆ ਰਹਿੰਦਾ। ਕਦੇ ਸੰਕਲਪ ਜਨਮ ਧਾਰ ਕੇ ਉੱਚੇ ਆਕਾਸ਼ਾਂ ਵਿੱਚ ਚਲਾ ਜਾਂਦਾ, ਇਹ ਨੀਚੇ ਪਤਾਲਾਂ ਵਿੱਚ ਚਲਾ ਜਾਂਦਾ। ਕਬਹੁ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਲਾਵਣ ਹਾਰ। ਕਦੇ ਸ਼ਾਸਤਰਾਂ ਦਾ ਗਿਆਤਾ ਹੋ ਕੇ ਬ੍ਰਹਮ ਦਾ ਵਿਚਾਰ ਕਰਦਾ,
ਤੈਨੂੰ ਹਰੀ ਆਪਣੇ ਸਾਥ ਮਿਲਾਵਣ ਖਾਰਾ ਹੁੰਦਾ, ਆਪ ਮਿਲਾ ਲੈਂਦਾ। ਕਬੋ ਨਿਰਤ ਕਰੈ ਬਹੁ ਭਾਂਤ, ਕਬੋ ਸੋਏ ਰਹਿ ਦਿਨ ਰਾਤ। ਕਦੇ ਜੀ ਬਹੁਤ ਪ੍ਰਕਾਰ ਦੀ ਨਿਰਤ ਚੇਸ਼ਟਾ ਕਰਦਾ, ਕਦੇ ਦਿਨੇ ਰਾਤ ਸੁੱਤਾ ਰਹਿੰਦਾ। ਕਬੋ ਮਹਾ ਕ੍ਰੋਧ ਵਿਕਰਾਲ, ਕਬੋ ਸਰਬ ਕੀ ਹੋਤ ਰਵਾਲ। ਕਦੇ ਮਹਾ ਕ੍ਰੋਧ ਕਰਕੇ ਵਿਕਰਾਲ ਭਿਆਨਕ ਰੂਪ ਹੁੰਦਾ, ਕਦੇ ਸਰਬ ਦੀ ਧੂੜੀ ਵੱਤ ਨਿਮਰਤਾ ਭਾਵ ਹੋ ਜਾਂਦਾ। ਕਬੋ ਹੋਏ ਵਹਿ ਵੱਡ ਰਾਜਾ, ਕਬੋ ਭਿਖਾਰੀ ਨੀਚ ਕਾ ਸਾਜਾ। ਕਦੇ ਤਾਂ ਵੱਡਾ ਰਾਜਾ ਬਣ ਜਾਂਦਾ, ਕਦੇ ਭਿਖਾਰੀ ਹੋ ਕੇ ਨੀਚਾਂ ਸਾਜ ਕਰ ਲੈਂਦਾ। ਕਬੋ ਆਪ ਕੀਰਤ ਮਹਿ ਆਵੈ, ਕਬੋ ਭਲਾ ਭਲਾ ਕਹਾਵੈ। ਕਦੇ ਆਪ ਕੀਰਤੀ ਵਿੱਚ ਆਉਂਦਾ, ਕਦੇ ਆਪਣੇ ਆਪ ਨੂੰ ਭਲਾ ਭਲਾ ਕਹਾਉਂਦਾ। ਜਿਉ ਪ੍ਰਭ ਰਾਖੈ ਤਿਵ ਹੀ ਰਖੈ, ਗੁਰ ਪ੍ਰਸਾਦ ਨਾਨਕ ਸਚ ਕਹੈ। ਜਿਸ ਪ੍ਰਕਾਰ ਭਾਈ ਇਸ ਜੀਵ ਨੂੰ ਮੇਰਾ ਪਰਵਰਦਗਾਰ ਗੁਰੂ ਨਾਨਕ ਰੱਖਦਾ ਹੈ, ਤਿਸੀ ਪ੍ਰਕਾਰ ਰਹਿੰਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਤੇ ਅਸੀਂ ਇਹ ਬਾਤ ਸੱਚ ਕਹਿੰਦੇ ਹਾਂ। ਗੁਰ ਪ੍ਰਸਾਦ ਨਾਨਕ ਸੱਚ ਕਹੈ, ਗੁਰੂ ਅਰਜਨ ਦੇਵ ਮਹਾਰਾਜ ਇਹ ਬਚਨ ਕਹਿੰਦੇ ਨੇ। ਭਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਤੇ ਭਾਈ ਇਹ ਸੱਚੇ ਬਚਨ ਕਹਿੰਦੇ। ਜੇ ਗੁਰਾਂ ਦੀ ਕਿਰਪਾ ਹੋਵੇ ਤਾਂ ਸੱਚ ਨਾਮ ਨੂੰ ਉਚਾਰਨ ਕਰੇ। ਕਬੋ ਹੋਏ ਪੰਡਤ ਕਰੇ ਵਖਿਆਨ, ਕਬੋ ਮੋਨ ਧਾਰੀ ਲਾਵੈ ਧਿਆਨ। ਕਦੇ ਜੀ ਪੰਡਤ ਹੋ ਕੇ ਸ਼ਾਸਤਰਾਂ ਨੂੰ ਉਚਾਰਦਾ, ਤੇ ਮੋਨ ਧਾਰੀ ਹੋ ਕੇ ਧਿਆਨ ਲਾਉਂਦਾ। ਕਬੋ ਤਟ ਤੀਰਥ ਇਸਨਾਨ, ਕਬੋ ਸਿਧ ਸਾਧਕ ਮੁਖ ਗਿਆਨ। ਕਦੇ ਸਿਧ ਸਾਧਕ ਹੋ ਕੇ ਮੁਖ ਤੋਂ ਗਿਆਨ ਕਥਨ ਕਰਦਾ। ਕਬੋ ਕੀਟ ਹਸਤ ਪਤੰਗ ਹੋਏ ਜੀਆ, ਆਨਕ ਜੋਨ ਭਰਮੈ ਭਰਮੀਆ। ਕਦੇ ਕੀੜੇ ਹਾਥੀ ਪਤੰਗ ਆਦਿ ਜੀਵ ਜੰਤ ਹੋ ਕੇ ਅਨੇਕ ਜੂਨੀਆਂ ਵਿੱਚ ਭਰਮ ਸੇ ਭਰਮਾਇਆ ਹੋਇਆ ਫਿਰਦਾ, ਫਿਰ ਦੁੱਖ ਪਾਉਂਦਾ। ਨਾਨਾ ਰੂਪ ਜਿਉ ਸੁਹਾਗੀ ਰਖਾਵੈ, ਜਿਉ ਪ੍ਰਭ ਭਾਵੈ ਤਵੈ ਨਚਾਵੈ। ਪਾਤਸ਼ਾਹ ਫਰਮਾਉਂਦੇ ਨੇ, ਜੈਸੇ ਸੁਵਾਂਗੀ ਨਾਨਾ ਪ੍ਰਕਾਰ ਦੇ ਸਰੂਪ ਕਰਕੇ ਦਿਖਾਉਂਦਾ, ਜਿਸ ਪ੍ਰਕਾਰ ਪ੍ਰਭੂ ਨੂੰ ਭਾਉਂਦਾ ਹੈ, ਤੈਸੇ ਹੀ ਇਸ ਜੀਵ ਨੂੰ ਮਾਇਆ ਕਰਕੇ ਨਚਾਉਂਦਾ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਇ। ਜੋ ਤਿਸ ਵਾਹਿਗੁਰੂ ਨੂੰ ਭਾਉਂਦਾ ਸੋਈ ਭਾਈ ਹੁੰਦਾ, ਇਹ ਤੇ ਬਿਨਾ ਔਰ ਕੋਈ ਦੂਜਾ ਸਮਰੱਥ ਹੀ ਨਹੀਂ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ। ਮੇਰਾ ਮਾਲਕ ਵਾਹਿਗੁਰੂ ਸਭਨਾ ਗੱਲਾਂ ਕਰਨ ਯੋਗ ਹੈ। ਉਸ ਮਾਲਕ ਨੂੰ ਕਿਉਂ ਨਾ ਜਪੀਏ, ਕਿਉਂ ਨਾ ਆਰਾਧੀਏ। ਕਬੋ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬੋਹਰ ਨਾ ਆਵੈ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਦੇ ਜੀਵ ਪੂਰਬੋਗਤ ਜੂਨੀਆਂ ਵਿੱਚ ਭਰਮਦਾ ਹੋਇਆ ਸੰਤਾਂ ਦੀ ਸੰਗਤ ਨੂੰ ਪਾ ਲੈਂਦਾ, ਰੱਬ ਦੇ ਜਨਾਂ ਦੀ ਸੰਗਤ ਵਿੱਚ ਆ ਜਾਂਦਾ। ਤਬ ਤੇ ਸਤ ਸੰਗ ਅਸਥਾਨ ਤੋਂ ਇਹ 84 ਦੀਆਂ ਜੂਨੀਆਂ ਤੋਂ ਛੁੱਟ ਜਾਂਦਾ। ਆਂਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਇਹ ਸਤਸੰਗ ਦੁਆਰੇ ਭਾਈ ਉਸਦੇ ਹਿਰਦੇ ਦੇ ਅੰਦਰ ਫਿਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਇਸ ਤੇ ਉਸ ਸਥਾਨ ਸਤਸੰਗ ਦੇ ਪਾਵਣੇ ਦਾ ਨਾਸ ਨਹੀਂ ਹੁੰਦਾ। ਭਾਵ ਜਨਮ ਮ੍ਰਿਤੂ ਤੋਂ ਰਹਿਤ ਹੋ ਜਾਂਦਾ, ਰੰਗ ਲੱਗ ਜਾਂਦਾ ਵਾਹਿਗੁਰੂ ਦੀ ਬਖਸ਼ਿਸ਼ ਦਾ।
ਤੇ ਇਸ ਗਿਆਨ ਕਰਕੇ ਜਿਸ ਬ੍ਰਹਮ ਰੂਪ ਸਥਾਨ ਨੂੰ ਇਹ ਪ੍ਰਾਪਤ ਹੁੰਦਾ ਤੇ ਇਸ ਦਾ ਕਦੇ ਨਾਸ ਨਹੀਂ ਹੁੰਦਾ, ਉਹ ਅਬਨਾਸੀ ਪਦ ਹੈ। ਮਨ ਤਨ ਨਾਮ ਰਤੀ ਇਕ ਰੰਗ, ਸਦਾ ਵਸੇ ਪਾਰ ਬ੍ਰਹਮ ਕੈ ਸੰਗ। ਜੋ ਪੁਰਸ਼ ਮਨ ਤੇ ਤਨ ਬਾਣੀ ਕਰਕੇ ਇੱਕ ਨਾਮੀ ਦੇ ਆਨੰਦ ਵਿੱਚ ਭਾਈ ਰਤੇ ਹੋਏ, ਉਹ ਸਦਾ ਪਾਰ ਬ੍ਰਹਮ ਦੇ ਸਾਥ ਵਸਦੇ ਨੇ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੈਸੇ ਜਲ ਵਿੱਚ ਜਲ ਆ ਕੇ ਸਮਾ ਜਾਂਦਾ ਹੈ, ਜਲ ਨਾਲ ਜਲ ਇੱਕ ਹੋ ਜਾਂਦਾ, ਤੈਸੀ ਉਹ ਜਨ ਤੇ ਜੋਤੀ ਸਾਥ ਜੋ ਰੂਪ ਹੋ ਕੇ ਸਮਾਨਾ ਅਭੇਦ ਹੋਇਆ ਹੈ ਭਾਈ। ਬੈਠ ਗਏ ਗਵਨ ਭਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਜਿਨ੍ਹਾਂ ਦੇ ਆਵਾਗਮਨ ਜਨਮ ਮਰਨ ਮਿਟ ਗਏ, ਅਸਥਿਤੀ ਦੇ ਸੁੱਖ ਪਾਏ ਉਹਨਾਂ ਨੇ, ਤੇ ਇਸ ਪ੍ਰਭੂ ਪਾਸ ਸਦਾ ਕੁਰਬਾਨ ਜਾਂਦੇ ਨੇ। ਸਤਿਗੁਰੂ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸਿੱਖ ਦੀ ਪ੍ਰੀਖਿਆ ਹੇਤ ਹੁਕਮਨਾਮਾ ਭੇਜਿਆ। ਐਸੇ ਹੁਕਮ ਦਿੱਤਾ ਗੁਰਦੇਵ ਪਾਤਸ਼ਾਹ ਜੀ ਨੇ ਕਿ 5 ਰੁਪਈਏ ਲੈ ਕੇ ਹੁਕਮਨਾਮੇ ਦਾ ਦਰਸ਼ਨ ਕਰਾਉਣਾ। ਹੁਕਮ ਸੁਣ ਕੇ ਆਪਣੇ ਘਰ ਦੀ ਚੀਜ਼ ਵਸਤੂ ਲੈ ਕੇ, ਜੋ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਕਿ 5 ਰੁਪਈਏ ਲੈ ਕੇ ਹੁਕਮਨਾਮੇ ਦਾ ਦਰਸ਼ਨ ਕਰੋ, ਪਿੱਛੇ 100 ਰੁਪਈਆ ਲਿਆਓ। ਜਬ ਹੁਕਮਨਾਮੀਆ ਉਸ ਸਿੱਖ ਦੇ ਬੜਾ ਸ਼ਰਧਾਵਾਨ ਸਿੱਖ, ਔਰ ਘਰ ਵਿੱਚ ਗਰੀਬੀ ਵੀ ਆਤੀ। ਸਿੱਖ ਦੇ ਘਰ ਗਿਆ, ਤਬ ਸਿੱਖ ਨੇ ਬੜਾ ਆਦਰ ਸਤਿਕਾਰ ਕੀਤਾ। ਹੁਕਮ ਸੁਣ ਕੇ ਆਪਣੇ ਘਰ ਦੀ ਚੀਜ਼ ਵਸਤਾਦਿਕ ਵੇਚ ਕੇ ਹੁਕਮਨਾਮੀਏ ਨੂੰ ਪ੍ਰਸ਼ਾਦ ਛਕਾਇਆ। 5 ਰੁਪਈਏ ਦੇ ਕੇ ਹੁਕਮਨਾਮੇ ਦਾ ਦਰਸ਼ਨ ਕੀਤਾ, ਔਰ 100 ਰੁਪਈਆ ਦੇਣੇ ਦਾ ਉਪਾਵ ਚਿਤਵ ਕਰਕੇ ਬਾਹਰ ਘਰੋਂ ਆਇਆ, ਕਿਉਂਕਿ 100 ਰੁਪਈਆ ਭੇਟਾ ਦਸਵੰਧ ਗੁਰੂ ਘਰ ਦੇਣਾ। ਉਹ ਸਿੱਖ ਨਿਰਧਨ ਸੀ, ਗਰੀਬ ਸੀ। ਤਬ ਸੁਣਿਆ ਕਿ ਅੱਜ ਰਾਜਾ ਨੇ ਕੁਸ਼ਤੀ ਕਰਵਾਈ ਹੈ। ਜੋ ਰਾਜੇ ਦੇ ਮਸਕੀਨ ਪਹਿਲਵਾਨ ਨੂੰ ਹਾਲ ਹੋਵੇਗਾ ਤੇ ਇਸਨੂੰ 200 ਰੁਪਈਆ, ਜੋ ਗਿਰੇ ਤੇ ਇਸਨੂੰ 100 ਰੁਪਈਆ ਮਿਲਣਗੇ। ਤੋ ਤਿਸ ਸਿੱਖ ਨੇ ਆਪਣੇ ਪ੍ਰਾਣ ਪਿਆਰੇ ਨਾ ਸਮਝੇ। ਜਦੋਂ ਪਹਿਲਵਾਨ ਨੂੰ ਜਾਣਦਾ ਸੀ, ਤਦ ਤਿਸ ਦੇ ਸਾਥ ਘੁਲਣ ਨੂੰ ਜਾ ਖੜਾ ਹੋਇਆ। ਲੋਕ ਬੜੇ ਹੱਸਣ, ਕੁਝ ਤੋਂ ਕੁਝ ਕਹਿਣ। ਪਹਿਲਵਾਨ ਤਿਸ ਦੀ ਬਾਤ ਬਚਨ ਸੁਣ ਕੇ ਆਪ ਹੀ ਗਿਰ ਪਿਆ। ਤਬ 100 ਰੁਪਈਆ ਲੈ ਕੇ ਹੁਕਮਨਾਮੀਏ ਨੂੰ ਦਿੱਤਾ, ਔਰ ਉਹ ਮਸਕੀਨੀਆ ਪਹਿਲਵਾਨ ਤੇ ਸਿੱਖ ਨੇ ਹੁਕਮਨਾਮੀਏ ਸਾਥ ਗੁਰੂ ਦੇ ਹਜ਼ੂਰ ਆਣ ਕੇ ਦਰਸ਼ਨ ਕੀਤਾ। ਔਰ ਮਸਕੀਨੀਆ ਜੋ ਪਹਿਲਵਾਨ ਉਸਨੇ ਕਿਹਾ ਸਿੱਖ ਨੂੰ, ਮੈਂ ਉਸ ਗੁਰੂ ਦੇ ਦਰਸ਼ਨ ਕਰਨੇ, ਮੈਨੂੰ ਵੀ ਲੈ ਕੇ ਚੱਲ, ਐਸੇ ਸਮਰੱਥ ਗੁਰੂ ਦੇ ਪਾਸ ਮੈਂ ਜਾਣਾ। ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਭਾਈ ਮਸਕੀਨੀਆ ਜੀ ਆਏ, ਗੁਰੂ ਅਰਜਨ ਦੇਵ ਮਹਾਰਾਜ ਜਗਤ ਦੇ ਮਾਲਕ ਗਰੀਬ ਨਵਾਜ ਸਿੰਘਾਸਣ ਤੇ ਬੈਠੇ ਸਨ। ਫਿਰ ਪਾਤਸ਼ਾਹ ਨੇ ਬਾਣੀ ਉਚਾਰੀ। ਅੰਤਰਜਾਮੀ ਗੁਰਦੇਵ ਨੇ ਮੱਥਾ ਟੇਕਿਆ, ਬੈਠ ਗਏ, ਬਾਣੀ ਉਚਾਰ ਦਿੱਤੀ। ਸਲੋਕ ਸੁਖੀ ਵਸੈ ਮਸਕੀਨੀਆ, ਆਪ ਨਵਾਦ ਤਲੇ ਵੱਡੇ ਵੱਡੇ ਅਹੰਕਾਰੀਆਂ, ਨਾਨਕ ਘਰ ਬਗਲੇ। ਪਾਤਸ਼ਾਹ ਕਹਿਣ ਲੱਗੇ ਕਿ ਮਸਕੀਨੀਆ ਪਹਿਲਵਾਨ ਤੂੰ ਸੁਖੀ ਵਸੇਗਾ, ਕਿਉਂਕਿ ਤੂੰ ਆਪਣੇ ਬਲ ਹੰਕਾਰ ਨੂੰ ਦੂਰ ਕੀਤਾ। ਇਹ ਸਿੱਖ ਦੇ ਨੀਚੇ ਗਿਰ ਪੜਿਆ ਕਿ ਗੁਰੂ ਦੇ ਵਿੱਚ ਸਨੇਹ ਦਸਵੰਧ ਦੇਣਾ, ਮਾਇਆ ਦੇਣਾ। ਪਾਤਸ਼ਾਹ ਨੇ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਜਿਨ੍ਹਾਂ ਨੇ ਆਪਾ ਭਾਵ ਨੂੰ ਨਿਵਾਜ ਦਿੱਤਾ, ਆਪਣੇ ਆਪ ਨੂੰ ਸਭ ਤੋਂ ਨੀਵਾਂ ਮੰਨਿਆ। ਸੋ ਜਪ ਤਪ ਆਦਿਕ ਮਸਕਤ ਕਰਨ ਵਾਲੇ ਗਰੀਬ ਸੁਖੀ ਵਸਦੇ ਨੇ।
ਜੋ ਰਾਵਣ ਦੁਰਯੋਧਨ ਆਦਿਕ ਵੱਡਿਆਂ ਤੋਂ ਵੱਡੇ ਹੰਕਾਰੀ ਹੋਏ ਨੇ, ਸੋ ਸੰਪੂਰਨ ਹੰਕਾਰ ਵਿੱਚ ਹੀ ਹੰਕਾਰ ਕਰਕੇ ਚਲੇ ਗਏ, ਦਾਸ ਹੋ ਗਏ। ਪਾਤਸ਼ਾਹ ਫਰਮਾਉਂਦੇ ਨੇ, ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਪਿਆਰਿਓ, ਜਿਸ ਪੁਰਸ਼ ਦੇ ਹਿਰਦੇ ਦੇ ਅੰਦਰ ਰਾਜ ਦਾ ਅਭਿਮਾਨ ਹੈ ਕਿ ਵੱਡਾ ਰਾਜਾ, ਬੜਾ ਧਨ ਮਾਇਆ, ਬੜੇ ਪਦਾਰਥ, ਫਿਰ ਹੰਕਾਰ ਕਰਕੇ ਜਗਤ ਵਿੱਚ ਜ਼ੁਲਮ ਵੀ ਕਰਦਾ ਹੈ, ਉਹ ਪੁਰਸ਼ ਕੂਕਰ ਬਣਦਾ ਹੈ। ਸੋ ਨਰਕ ਪਾਤੀ ਹੋਵਤ ਸੁਆਨ, ਨਰਕ ਵਿੱਚ ਜਾਂਦਾ, ਕੂਕਰਾਂ ਕੇ ਨਰਕ ਵਿੱਚ ਪੜਨ ਵਾਲਾ ਹੁੰਦਾ ਹੈ। ਤੇ ਜਿਸ ਨਰਕ ਵਿੱਚ ਕਾਟਣੇ ਵਾਲੇ ਕੂਕਰ ਰਹਿੰਦੇ ਨੇ, ਵੇ ਕੋਈ ਵੈਸਾ ਕਰਮ ਕਰਦਾ ਵੇ ਕੂਕਰ ਛੱਡੇ ਜਾਂਦੇ ਨੇ ਕੱਟਣ, ਉਹਨਾਂ ਵਿੱਚ ਉਸ ਨੂੰ ਵੀ ਪਾਇਆ ਜਾਂਦਾ, ਕੂਕਰ ਬਣ ਜਾਂਦਾ, ਜਿਸ ਵਿੱਚ ਕੂਕਰਾਂ ਤੋਂ ਕਟਾਇਆ ਵੀ ਜਾਂਦਾ ਹੈ ਉਸ। ਜੋ ਜਾਣੈ ਮੈਂ ਜੋ ਬਲਵੰਤ, ਸੋ ਹੋਵਤ ਵਿਸ਼ਟਾ ਕਾ ਜੰਤ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਪਿਆਰਿਓ, ਜੋ ਜਾਣਦਾ ਕਿ ਮੈਂ ਜੋਬਨ ਅਵਸਥਾ ਵਾਲਾ ਬੜਾ ਸੁੰਦਰ ਜਵਾਨ, ਆਪਣੇ ਸਰੀਰ ਦੇ ਬਲ ਕਰਕੇ ਹੰਕਾਰੀ ਹੋਇਆ ਨਿਰਬਲਾ ਨੂੰ ਦੁੱਖ ਦਿੰਦਾ, ਉਹ ਪਾਪੀ ਜਨ ਵਿਸ਼ਟਾ ਦਾ ਕੀੜਾ ਬਣਦਾ, ਦੁਰਗੰਧੀ ਰੂਪ ਨਰਕ ਵਿੱਚ ਜਾਂਦਾ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਮੋਹ ਜੂਨ ਪਰਮਾਵੈ। ਜੋ ਜਗਿਆਸੂ ਪੁਰਸ਼ ਆਪਣੇ ਆਪ ਨੂੰ ਸ਼ੁਭ ਕਰਮਾਂ ਵਾਲਾ ਕਹਾਉਂਦਾ ਕਿ ਮੈਂ ਬੜੇ ਸ਼ੁਭ ਕਰਮਾਂ ਵਾਲਾ, ਆਪਣੇ ਕਰਮ ਦਾ ਹੰਕਾਰੀ ਬਣ ਜਾਂਦਾ, ਉਹ ਭਾਈ ਜਨਮ ਦਾ ਮਰਦਾ ਬਹੁਤ ਜੂਨੀਆਂ ਵਿੱਚ ਪੈ ਜਾਂਦਾ, ਦੁੱਖ ਪਾਉਂਦਾ। ਧਨ ਭੂਮ ਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਜੋ ਕੋਈ ਧਨ ਤੇ ਪ੍ਰਿਥਵੀ ਦਾ ਹੰਕਾਰ ਕਰਦਾ, ਉਹ ਮੂਰਖ ਅਗਿਆਨ ਕਰਕੇ ਅੰਧਾ ਹੋਇਆ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਇਹਾ ਮੁਕਤ ਆਗੈ ਸੁਖ ਪਾਵੈ। ਤੇ ਹਿਰਦੇ ਦੇ ਵਿੱਚ ਵਾਹਿਗੁਰੂ ਕਿਰਪਾ ਕਰਕੇ ਭਾਈ ਗਰੀਬੀ ਵਸਾਉਂਦਾ, ਇਸ ਲੋਕ ਵਿੱਚ ਉਹ ਜੀਵਨ ਮੁਕਤ ਹੋ ਕੇ ਰਹਿੰਦਾ। ਦੇਹ ਪਾਸੇ ਅਨੰਤਰ ਵਧੇ ਮੁਕਤ ਦਾ ਅਧਿਕ ਸੁਖ ਵੀ ਪਾਉਂਦਾ। ਧਨਵਾਤਾ ਹੋਏ ਕਰ ਗਰਵਾਵੈ, ਤ੍ਰੈਣ ਸਮਾਨ ਕਛ ਸੰਗ ਨਾ ਜਾਵੈ। ਪਾਤਸ਼ਾਹ ਫਰਮਾਉਂਦੇ ਨੇ, ਇਸਦੇ ਪਾਏ ਤੇ ਜੀਵ ਧਨਵੰਤ ਹੋ ਕੇ ਹੰਕਾਰੀ ਹੋ ਜਾਂਦਾ, ਸੋ ਧਨ ਤ੍ਰੈਣ ਸਮਾਨ ਤੁਛ ਮਾਤਰ ਵੀ ਇਸਦੇ ਸਾਥ ਨਹੀਂ ਜਾਂਦਾ, ਕਿਉਂਕਿ ਧਨ ਨੇ ਨਾਲ ਨਹੀਂ ਜਾਣਾ। ਬਹੁ ਲਸ ਕਰ ਮਾਨੁਖ ਊਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਵਿਨਾਸ਼। ਜਿਸ ਬਹੁਤ ਲਸ਼ਕਰ ਮਾਨਸਾ ਪਰ ਬਹੁਤ ਭਰੋਸਾ ਰੱਖਦਾ, ਦਾ ਇੱਕ ਪਲ ਵਿੱਚ ਹੀ ਨਾਸ ਹੋ ਜਾਂਦਾ। ਸਭ ਤੇ ਆਪ ਜਾਣੈ ਬਲਵੰਤ, ਖਿਨ ਮਹਿ ਹੋਏ ਜਾਏ ਬਸਮੰਤ। ਪਾਤਸ਼ਾਹ ਫਰਮਾਉਂਦੇ ਨੇ, ਜਿਸ ਆਪਣੇ ਸਰੀਰ ਨੂੰ ਇਹ ਸਭ ਤੋਂ ਬਲ ਵਾਲਾ ਜਾਣਦਾ ਕਿ ਬੜਾ ਯੋਧਾ ਬਲੀ, ਸੋ ਸਰੀਰ ਪ੍ਰਾਣਾ ਦੇ ਵਿਯੋਗ ਤੋਂ ਖਿਨ ਵਿੱਚ ਭਸਮ ਹੋ ਜਾਂਦਾ। ਕਿਸੈ ਨਾ ਵਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ, ਭਾਈ ਜੋ ਹੰਕਾਰੀ ਹੋ ਕੇ ਕਿਸੇ ਨੂੰ ਆਪਣੇ ਤੁਲ ਨਹੀਂ ਜਾਣਦਾ, ਤਿਸ ਪੁਰਸ਼ ਦੀ ਧਰਮ ਰਾਜਾ ਖੁਆਰੀ ਕਰਦਾ, ਦੁੱਖ ਦਿੰਦਾ ਹੈ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ,
सो जन नानक दर गह परवान। गुरु की कृपा करके इसका हंकार मिट जाता, सोई जन वाहिगुरु की दरगाह विच भाई परवान होंदा। कोट कर्म करै हों धारे, श्रम पावै सगले विर थारे। ये जीव करोड़ा कर्म करदा ते हंकार नूं धार लैंदा, हंकारी बन जाता। सो तिन्हां दे करने दा थकेवा पाउंदा, क्योंकि वह हंकार करके सब व्यस्त हो जाता। हर जू हंकार ना भावे, भाई हरि नूं हंकार पाउंदा नहीं। आनक तपस्या करे अहंकार, नरक सुरग फिर फिर अवतार। अनेक प्रकार की तपस्या करके जो अहंकार करता कि बड़ा तप किया, कि वासना अनुसार नरक स्वर्ग विच रह के जन्म पाउंदा। आनक जतन कर आत्म नहीं द्रवै, हर दर गह कहो कैसे गवै। हिरदा अनेक साधन रूप जतन करके नहीं लभदा, कोमल नहीं होंदा। भाई वो पुरुष कहो तो हरि दी दरगाह विच किवें जावेगा, नहीं जा सकता। आपस कहो जो भला कहावै, तिस है भलाई निकट ना आवे। जो पुरुष अपने आप नूं भला कहाउंदा, इहदे निकट भाई भलिआई आउंदी ही नहीं। सर्व कीरेन जा का मन होए, कहो नानक ताकी निर्मल सोए। जिसदा मन सर्व दी धूड़ी रूप हो जाता, इहदी शोभा भाई निर्मल होंदी। जब लग जानै मुझ ते कछ होए, तब इसको सुख नाही कोय। जब तक ये जीव जानदा कि मेरे तो कुछ होंदा, जब लग अहंकार नूं धारदा, तब लग इस तों कोई सुख नहीं मिलता। जब ये जानै मैं किश करता, तब लग गर्भ जोन मैं फिरता। जब तक ये जानदा कि मैं कुछ करदा, तब तक गर्भ विच पड़ के जीव जुनिया विच फिरदा। जब धारै को बैरी मीत, तब लग नैचल नाही चीत। जब तक ये जीव कोई अपना वैरी कोई मित्र चित्त विच धारदा, तब तक इसका चित्त अचल नहीं होता। जब लग मोह मगन संग माए, तब लग धर्म राय देश जाए। जब तक मोह करके माया साथ मगन हो जाता, तब तक धर्म राजा तेनू सजावां दिंदा। प्रभ कृपा ते बंधन टूटै, गुर प्रसाद नानक हों छूटै। पातशाह गुरुदेव श्री गुरु अर्जन देव महाराज जी पावन बचन कहते ने, भाई प्यारिओ प्रभ कृपा ते बंधन टूटै, गुर प्रसाद नानक हों छूटै। प्रभु की कृपा बख्शिश करके जिन्हां दे बंधन टुटे ने, टूटे बंधन जास के होआ साधु। जो राते रंग एक कै नानक गूढ़ा रंग, फिर गूढ़ा रंग चढ़ता है। और गुरु की कृपा ते सोई इस अहंता तो छुटिया, और बड़ियां बख्शीशां गुरु तो मिलियां ने। सतगुरु दे अवदेश ते चलीए, गुर शब्दी गुरमतिए बणीए। नाम नूं जपीए संग करिए सतपुरुषां दा, अपना अमोलक जन्म सफल हो जाएगा। के अच्युत हे पूरन के सर्व में दुख भंजन गुणता, हे संगी के